Hello students, this is Anamika Sharma, Science Mistress, Government Girls Senior Secondary School, Shri Anandpur Sahib, District Roopnagar। तो ਅੱਜ ਮੈਂ ਹੁਣ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ ਟਾਈਪਸ ਆਫ ਸੈਲਸ। ਇੱਕ ਪ੍ਰੀਵੀਅਸ ਵੀਡੀਓ ਮੈਂ ਪਹਿਲਾਂ ਬਣਾਈ ਸੀ, ਉਸ ਦੇ ਵਿੱਚ ਮੈਂ ਸੈੱਲ ਬਾਰੇ ਡਿਸਕਸ ਕੀਤਾ ਸੀਗਾ ਕਿ ਵਾਟ ਇਜ਼ ਸੈੱਲ, ਵੇਅਰ ਇਟ ਇਜ਼ ਪ੍ਰੈਜ਼ੈਂਟ, ਵਾਟ ਇਜ਼ ਇਟਸ ਰੋਲ ਇਨ ਆਰ ਲਾਈਫ, ਇਹਦਾ ਸਾਡੀ ਜ਼ਿੰਦਗੀ ਵਿੱਚ ਕਿਆ ਰੋਲ ਹੈ। ਉਸ ਤੋਂ ਬਾਅਦ ਤੁਹਾਨੂੰ ਮੈਂ ਥੋੜਾ ਜਿਹਾ ਉਸ ਵਿੱਚ ਪ੍ਰੋਕੈਰੀਓਟਿਕ ਔਰ ਯੂਕੈਰੀਓਟਿਕ ਸੈੱਲ ਬਾਰੇ ਦੱਸਿਆ ਸੀ। ਸੋ ਇਨ ਕੰਟੀਨਿਊਟੀ ਵਿਦ ਦੈਟ ਟੌਪਿਕ ਅੱਜ ਅਸੀਂ ਹੁਣ ਟਾਈਪਸ ਆਫ ਸੈੱਲ ਡਿਸਕਸ ਕਰਾਂਗੇ। ਇਹਦੇ ਵਿੱਚ ਮੈਂ ਤੁਹਾਨੂੰ ਅੱਛੀ ਤਰ੍ਹਾਂ ਡਿਟੇਲ ਦੇ ਵਿੱਚ ਪ੍ਰੋਕੈਰੀਓਟਿਕ ਔਰ ਯੂਕੈਰੀਓਟਿਕ ਸੈੱਲ ਬਾਰੇ ਦੱਸਾਂਗੀ। ਸੋ ਲੈਟਸ ਸਟਾਰਟ ਵਿਦ ਆਰ ਟੁਡੇਜ਼ ਟੌਪਿਕ, दैट इज प्रोकैरियोटिक एंड यूकैरियोटिक सेल। हाँ जी, तो देखो बेटा, नाम सब तो पहला प्रोकैरियोटिक। प्रो मतलब पहला, कैरियो मतलब न्यूक्लियस। न्यूक्लियस बनन तो पहला वाले सैल्स, ਉਹ ਸੈल्स ਜਿਨ੍ਹਾਂ ਦੇ ਵਿੱਚ ਨਿਊਕਲੀਅਸ नहीं ਹੁੰਦਾ। तो अगर न्यूक्लियस नहीं ਹੁੰਦਾ ਫਿਰ ਹੁੰਦਾ क्या है? ਇਹਨਾਂ ਦੇ ਵਿੱਚ ਦੇਖੋ ਕੀ ਹੈ ਕਿ DNA ਕੋਇਲਡ ਫਾਰਮ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ ਔਰ DNA ਦੇ ਅਰਾਊਂਡ ਕੋਈ ਨਿਊਕਲੀਅਰ ਮੈਂਬਰੇਨ ਨਹੀਂ ਹੁੰਦੀ। ਨਿਊਕਲੀਅਸ ਬੇਸਿਕਲੀ ਕੀ ਹੈ? DNA ਦੇ ਅਰਾਊਂਡ ਜਦੋਂ ਅਸੀਂ ਨਿਊਕਲੀਅਰ ਮੈਂਬਰੇਨ ਇੱਕ ਫਾਰਮ ਹੋ ਜਾਏ ਤਾਂ ਅਸੀਂ ਉਸ ਨੂੰ ਬੋਲਦੇ ਹਾਂ ਵੀ ਨਾਓ ਇਟ ਇਜ਼ ਅ ਨਿਊਕਲੀਅਸ। ਬਟ ਪ੍ਰੋਕੈਰੀਓਟਿਕ ਸੈਲ ਦੇ ਵਿੱਚ DNA is lying as such without any covering, without any nuclear membrane, so we called it as nucleoid। DNA ਦੇ ਆਲੇ ਦੁਆਲੇ ਕੋਈ ਕੇਂਦਰਕ ਝਿੱਲੀ ਨਹੀਂ ਹੁੰਦੀ, ਜਿਸ ਕਰਕੇ ਅਸੀਂ ਇਸ ਨੂੰ ਹੁਣ ਨਿਊਕਲੀਅਸ ਨਹੀਂ ਕਹਿੰਦੇ, ਅਸੀਂ ਇਸ ਨੂੰ ਕੀ ਨਾਮ ਦਿੰਦੇ ਹਾਂ? ਨਿਊਕਲੀਓਇਡ ਦਾ। ठीक है जी। जबकि जो यूकैरियोटिक सेल हैं, यू मतलब बाद, कैरियो मतलब न्यूक्लियस, कैरियो मतलब न्यूक्लियस बनन ते बाद वाले सैल, मतलब वो सैल जिन्हां दे विच साडे कोल क्या प्रेजेंट है? न्यूक्लियस। इन्हां दे विच DNA दे अराउंड एक न्यूक्लियर मैंबरेन होएगी, एक फुल फ्लैज न्यूक्लियर मैंबरेन, केंद्रक झिल्ली मौजूद होएगी। यूकैरियोटिक सैल्स दे विच न्यूक्लियस मौजूद होएगा, DNA ਤੇ ਨਿਊਕਲੀਅਰ ਮੈਂਬਰੇਨ ਮਿਲ ਕੇ ਬਣਾਉਂਦੇ ਆ ਨਿਊਕਲੀਅਸ। ਜਦ ਕਿ ਪ੍ਰੋਕੈਰੀਓਟਿਕ ਸੈਲ ਵਿੱਚ देयर इज नो ਨਿਊਕਲੀਅਸ ਪ੍ਰੈਜ਼ੈਂਟ। ਨਿਊਕਲੀਅਸ ਦੀ ਥਾਂ ਤੇ ਕਿਆ ਹੈ? ਦੇਖੋ, ਬੋਲੋ, ਨਿਊਕਲੀਓਇਡ। ਕਿਆ ਨਾਮ ਦਿੱਤਾ ਹੋਇਆ ਸੀ ਇਸ ਨੂੰ? ਨਿਊਕਲੀਓਇਡ। ਨਿਊਕਲੀਓਇਡ ਦਾ ਮਤਲਬ ਹੈ DNA ਇੱਕ ਕੋਇਲਡ ਫਾਰਮ ਦੇ ਵਿੱਚ ਇਸ ਤਰ੍ਹਾਂ ਉਲਝਿਆ ਹੋਇਆ ਸਾਈਟੋਪਲਾਜ਼ਮ ਦੇ ਵਿੱਚ ਪਿਆ ਹੈ। ਠੀਕ ਹੈ, तो ये मेन डिफरेंस है प्रोकैरियोटिक ते यूकैरियोटिक सैल विच। इस तो इलावा देखो बेटा, प्रोकैरियोटिक सैल क्योंकि बहुत पहले हैं, पुराने सैल हैं, इन्हां दे विच उदों ਜਦੋਂ ਇਹ ਸੀਗੇ ਉਦੋਂ ਸੈਲ ਆਰਗੇਨੈਲਿਜ਼ ਵੀ ਨਹੀਂ ਸੀ ਬਣੀਆਂ ਹੋਈਆਂ, ਤਾਂ ਇਹਨਾਂ ਵਿੱਚ ਜ਼ਿਆਦਾਤਰ ਸੈਲ ਆਰਗੇਨੈਲਿਜ਼ ਪ੍ਰੈਜ਼ੈਂਟ ਨਹੀਂ ਹੁੰਦੀਆਂ। ਸੈਲ ਆਰਗੇਨੈਲਿਜ਼ ਮੈਂ ਦੱਸਿਆ ਸੀ ਕਿ ਸੈਲ ਦੇ ਵਿੱਚ ਸੈਲ ਮੈਂਬਰੇਨ, ਨਿਊਕਲੀਅਸ ਤੋਂ ਇਲਾਵਾ ਸਾਈਟੋਪਲਾਜ਼ਮ ਦੇ ਵਿੱਚ ਹੋਰ ਛੋਟੇ ਛੋਟੇ ਨਿੱਕੜੇ ਅੰਗ ਹੁੰਦੇ हैं, ਛੋਟੇ ਛੋਟੀਆਂ ਆਰਗੇਨੈਲਿਜ਼ ਹੁੰਦੀਆਂ ਨੇ ਜਿਹੜੀਆਂ ਕਿ ਵੱਖ-ਵੱਖ ਕੰਮ ਕਰਦੀਆਂ। ਠੀਕ ਹੈ, ਤੁਸੀਂ ਇਹ ਹਿਸਾਬ ਲਾ ਲਓ ਜਿਵੇਂ ਸਾਡੀ ਬਾਡੀ ਵਿੱਚ ਕਈ ਆਰਗਨਸ ਹੈ ਜਿਨ੍ਹਾਂ ਦਾ ਆਪਣਾ ਇੱਕ ਕੰਮ ਹੈ, ਜਿਵੇਂ ਕਿਡਨੀਜ਼ ਬਲੱਡ ਪਿਊਰੀਫਾਈ ਕਰਦੀਆਂ ਹੈ ਨਾ, ਸਟਮਕ ਡਾਈਜੈਸ਼ਨ ਕਰਦਾ, ਆਈਜ਼ ਦੇਖਦੀਆਂ, ਠੀਕ ਹੈ ਨਾ। ਉਸੇ ਤਰ੍ਹਾਂ ਸੈੱਲ ਦੇ ਵਿੱਚ ਵੀ ਇਸ ਤਰ੍ਹਾਂ ਛੋਟੇ 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 ਸੈੱਲ ਆਰਗੇਨੈਲਿਜ਼ ਹੈ, ਨਿੱਕੜੇ ਅੰਗ ਨੇ ਜਿਹੜੇ ਵੱਖ-ਵੱਖ ਕੰਮ ਕਰਦੇ ਹਨ। ਪ੍ਰੋਕੈਰੀਓਟਿਕ ਸੈੱਲ ਦੇ ਵਿੱਚ ਉਹ ਨਿੱਕੜੇ ਅੰਗ ਮੌਜੂਦ ਨਹੀਂ ਹੁੰਦੇ, ਇਹਨਾਂ ਵਿੱਚ ਸਿਰਫ ਰਾਈਬੋਸੋਮਸ ਹੁੰਦੇ ਹੈ ਤੇ ਕਲੋਰੋਪਲਾਸਟ, ਕਲੋਰੋਫਿਲ ਹੁੰਦਾ ਹੈ। ਰਾਈਬੋਸੋਮਸ ਛੋਟੇ ਛੋਟੇ ਹੁੰਦੇ ਹੈ, ਪ੍ਰੋਟੀਨ ਫਾਰਮੇਸ਼ਨ 'ਚ ਹੈਲਪ ਕਰਦੇ ਹੈ, ਪ੍ਰੋਟੀਨਸ ਬਣਾਉਂਦੇ ਹੈ। ਕਲੋਰੋਪਲਾਸਟ ਵਿੱਚ ਕਲੋਰੋਫਿਲ ਹੁੰਦਾ ਹੈ ਜਿਹੜਾ ਕਿ ਕੀ ਕਰਦਾ ਹੈ? ਫੋਟੋਸਿੰਥੇਸਿਸ, ਪ੍ਰਕਾਸ਼ ਸੰਸਲੇਸ਼ਨ। ਠੀਕ ਹੈ ਜੀ। ਹੁਣ ਅਸੀਂ ਅੱਗੇ ਹੁਣ ਕਰਨਾ ਹੈ ਡਿਫਰੈਂਸ ਬਿਟਵੀਨ ਪ੍ਰੋਕੈਰੀਓਟਿਕ ਐਂਡ ਯੂਕੈਰੀਓਟਿਕ ਸੈਲ। ਇਹ ਮੇਨ ਕੁਐਸਚਨ ਹੈ, ਦੇਖੋ ਪੇਪਰ 'ਚ ਬਹੁਤ ਆਉਂਦਾ ਹੈ ਡਿਫਰੈਂਸ ਬਿਟਵੀਨ ਪ੍ਰੋਕੈਰੀਓਟਿਕ ਸੈਲ। 8th ਕਲਾਸ 'ਚ ਵੀ ਹੈਗਾ ਇਹ, ਠੀਕ ਹੈ ਜੀ, ਔਰ 9th ਵਿੱਚ ਵੀ ਹੈ। तो प्रोकैरियोटिक सैल ਤੇ यूकैरियोटिक सैल ਦੇ ਵਿੱਚ ਦੇਖੋ ਮੇਨ ਡਿਫਰੈਂਸਿਸ ਜੋ ਹੈ, ਸਭ ਤੋਂ ਪਹਿਲਾਂ ਤਾਂ ਸਮਾਲ ਸਾਈਜ਼। ਪ੍ਰੋਕੈਰੀਓਟਿਕ ਸੈਲ ਦਾ ਸਾਈਜ਼ ਜਿਹੜਾ ਹੈ ਸਮਾਲ ਹੁੰਦਾ ਹੈ, ਛੋਟਾ ਹੁੰਦਾ ਹੈ। यूकैरियोटिक सैल ਦਾ ਸਾਈਜ਼ ਥੋੜਾ ਲਾਰਜ ਹੁੰਦਾ ਹੈ। ਠੀਕ ਹੈ ਜੀ। ਸਮਾਲ ਸਾਈਜ਼ ਮਤਲਬ 1 ਮਾਈਕਰੋਮੀਟਰ ਤੋਂ ਲੈ ਕੇ 10 ਮਾਈਕਰੋਮੀਟਰ ਤੱਕ, ਔਰ यूकैरियोटिक ਵਿੱਚ 5 ਮਾਈਕਰੋਮੀਟਰ ਤੋਂ 100 ਮਾਈਕਰੋਮੀਟਰ ਤੱਕ ਸੈਲ ਸਾਈਜ਼ ਹੈ। ਮਾਈਕਰੋਮੀਟਰ ਮਤਲਬ ਜਦੋਂ ਤੁਸੀਂ 1 ਮੀਟਰ ਨੂੰ 10 ਲੱਖ ਨਾਲ ਡਿਵਾਈਡ ਕਰ ਦੋਗੇ, 1 ਮੀਟਰ ਨੂੰ 10 ਲੱਖ ਨਾਲ ਡਿਵਾਈਡ ਕਰੋਗੇ, ਜੋ ਤੁਹਾਡੇ ਕੋਲ ਵੈਲਿਊ ਆਏਗੀ ਉਹ ਹੋਏਗੀ ਮਾਈਕਰੋਮੀਟਰ।
ठीक है। तो 1 माइक्रोमीटर इक्वल्स टू 10⁻⁻⁻6 मीटर। अगला डिफरेंस है प्रोकैरियोटिक च डीएनए इज नॉट कवर्ड विद न्यूक्लियर मैंब्रेन। डीएनए दे आले दुआले केंद्रक झिल्ली मौजूद नहीं हुंदी। यूकैरियोटिक सेल विच डीएनए इज कवर्ड विद न्यूक्लियर मैंब्रेन। ठीक है, कोई मैंब्रेन नहीं है डीएनए दे अराउंड, और इधर डीएनए दे अराउंड एक न्यूक्लियर मैंब्रेन है। थर्ड पॉइंट है सिंगल क्रोमोजोम, इक्को ही क्रोमोजोम, इक्को ही डीएनए स्ट्रैंड है। वेयर एज यूकैरियोटिक विच मोर दैन 1 क्रोमोजोम इज प्रेजेंट। एक तो ज़्यादा क्रोमोजोम्स होंगे हैं यूकैरियोटिक सेल विच। देखो जिन्ने भी यूकैरियोटिक ऑर्गेनिजम्स हैं, जिन्हां विच यूकैरियोटिक सैल्स हैं, उन्हां विच एक फिक्स डीएनए दा नंबर हुंदा है। ठीक है, बैक्टीरिया विच इक्को ही क्रोमोजोम है, जबकि जो यूकैरियोटिक सैल्स है, फॉर एग्जाम्पल अगर असी भी देखो जिवें यूकैरियोटिक ऑर्गेनिजम्स आ, साडे हर सैल विच डीएनए दे किन्ने स्ट्रैंड्स हैं? 46। ठीक है, इसी तरह जिवें मंकीज हैं उन्हां विच 48 क्रोमोजोम्स हैं। हर जिवें डॉग्स च अलग काउंट है, ठीक है, कैट वगैरह च उन्हां दे डीएनए का अलग नंबर होएगा। साडे हुण जिवें चाहे मैं ह्यूमन बीइंग आ चाहे कोई होर ह्यूमन है, सारियां दे हर सैल विच किन्ने क्रोमोजोम पाए जाणगे? 46। तो साडे विच एक तो ज़्यादा डीएनए स्ट्रैंड्स हैं, जबकि प्रोकैरियोटिक सैल विच किन्ना हुंदा? सिर्फ 1। और कोई सैल ऑर्गेनालिज प्रेजेंट नहीं हुंदियां। यूकैरियोटिक विच सैल ऑर्गेनालिज प्रेजेंट हुंदियां। ठीक है जी, ये 4 मेन डिफरेंसिस हैं जो तुसी लर्न करने हैं। पेपर विच क्वेश्चन 3 मार्क्स चाहता है, तो अगर तुसी 4 पॉइंट्स लिख देने हो दैन मोर दैन सफिशिएंट है, तुहानू फुल क्रेडिट मिल जाएगा। तो मैं एक बार फिर रिवाइज कर देनी है। देखो, प्रोकैरियोटिक स्मॉल साइज, यूकैरियोटिक लार्ज साइज। प्रोकैरियोटिक सेल्स डीएनए इज नॉट कवर्ड विद न्यूक्लियर मैंब्रेन। डीएनए दे आले दुआले केंद्रक झिल्ली नहीं हुंदी। यूकैरियोटिक विच डीएनए इज कवर्ड विद द न्यूक्लियर मैंब्रेन। डीएनए दे आले दुआले केंद्रक झिल्ली हुंदी है। प्रोकैरियोटिक विच सिंगल क्रोमोजोम, यूकैरियोटिक विच मोर दैन 1 क्रोमोजोम, एक तो ज़्यादा क्रोमोजोम हुंदे हन। प्रोकैरियोटिक सेल नो सैल ऑर्गेनालिज प्रेजेंट। यूकैरियोटिक विच सैल ऑर्गेनालिज आर प्रेजेंट। ठीक है जी, तुसीं एक बार हुण वीडियो नू थोड़ा रिवाइंड करके दोबारा फिर डिफरेंसिस सुनने हैं, और उस तो बाद अपनी कॉपी विच डिफरेंसिस लिख के देखने हैं। ठीक है बेटा, तां ही तुहानू याद होणगे। अगर तुसी लिखोगे, बैटर है तुसी अपने नाल कॉपी पेन रखो और नोट करो। थोड़ा थोड़ा लिखोगे तो तुहानू वो थोड़ा ईजीली लर्न हो जाएगा, थोड़ा तुहाडे ब्रेन विच रिटेन रहेगी गल। ठीक है, तो हुण साडा नैक्सट टॉपिक है, देखो, प्लांट सैल एंड एनिमल सैल। हुण देखो, प्लांट सैल भी यूकैरियोटिक हुंदे हैं ते एनिमल सैल भी यूकैरियोटिक है। ठीक है जी, दोनों यूकैरियोटिक हैं, दोनों विच सैल मैंब्रेन हैगी है, न्यूक्लियस भी है। ठीक है, सैल ऑर्गेनालिज भी हैगियां ने। सैल ऑर्गेनालिज होण तो इलावा प्लांट सैल्स दे कोल साडे नालों एनिमल सैल नालों 2-3 चीज़ां अलग हुंदियां ने ते ज़्यादा हुंदियां ने। ठीक है, सब तो पहला देखो, एनिमल सैल दे विच सैल दे अराउंड एक सैल मैंब्रेन हुंदी है। मैं पहला ही दस्सिया सी तुहानू, केंद्रक झिल्ली। जबकि प्लांट सैल दे विच केंद्रक झिल्ली दे बाहर एक होर मोटी परत हुंदी है जिसनूं असीं बोलदे हां सैल वॉल। सैल पंजाबी च कहंदे इहनूं सैल भित्ती या सैल कंध। ठीक है, क्योंकि देखो प्लांट्स जिहड़े ने वो कई बार बहुत एडवर्स कंडीशंस च भी रहिंदे हैं, ड्राउट विच या होर एडवर्स मोर हीट विच हाई टैंपरेचर चो रहिंदे हैं। तो उन्हां दे अराउंड एक सैल वॉल, एक सैल कंध बनी हुंदी है, मोटी परत हुंदी है। यह सैलूलोज दी किहदी बनी हुंदी है? सैलूलोज दी बनी हुंदी है, जिहड़ी कि पौधा सैल नूं बाहर दियां हानिकारक प्रतिकूल परिस्थितियां तो बचाती है, एडवर्स कंडीशंस तो प्लांट सैल दी प्रोटैक्शन करती है। ठीक है, प्लांट सैल दे विच हुंदी है सैल वॉल, एनिमल सैल दे विच सैल वॉल नहीं हुंदी। ठीक है जी, दूसरा जो मेन डिफरेंस है, देखो सानू सारियां नू पता है कि प्लांट्स आर ग्रीन इन कलर, प्लांट्स ग्रीन है। असी भी ग्रीन हाँ? नो, असी ग्रीन नहीं हाँ, वी आर नॉन ग्रीन। प्लांट्स ग्रीन है। प्लांट्स कोल एक खास स्ट्रक्चर हुंदी है प्लास्टिड्स।
ਪਲਾਸਟਿਡਸ ਕਈ ਤਰ੍ਹਾਂ ਦੀਆਂ ਹੁੰਦੀਆਂ, ਜਿਹੜੀਆਂ ਹਰੀਆਂ ਪਲਾਸਟਿਡਸ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਬੋਲਦੇ ਹਾਂ ਕਲੋਰੋਪਲਾਸਟ। ਕਲੋਰੋਪਲਾਸਟ ਹਰੇ ਰੰਗ ਦੇ ਹੁੰਦੇ ਆ, ਇਹਨਾਂ ਵਿੱਚ ਕਲੋਰੋਫਿਲ ਹੁੰਦਾ ਹੈ। ਕਿਆ ਹੁੰਦਾ ਹੈ? ਕਲੋਰੋਫਿਲ। ਆਮ ਸ਼ੋਰ ਤੁਸੀਂ 6th ਕਲਾਸ ਵਿੱਚ ਵੀ ਪੜ੍ਹਿਆ ਹੋਇਆ ਪ੍ਰਕਾਸ਼ ਸੰਸਲੇਸ਼ਨ ਫੋਟੋਸਿੰਥੇਸਿਸ ਬਾਰੇ। ਜਦੋਂ ਹੁਣ ਮੈਂ ਬੋਲ ਰਹੀ ਹੋਊਂਗੀ ਤੁਹਾਨੂੰ ਜ਼ਰੂਰ ਯਾਦ ਆਊਗਾ ਕਲੋਰੋਫਿਲ ਕਿਆ ਹੈ। ਕਲੋਰੋਫਿਲ ਦੇਖੋ ਹਰੇ ਰੰਗ ਦਾ ਇੱਕ ਪਦਾਰਥ ਹੈ, ਇੱਕ ਵਰਨਕ ਹੈ, ਪਿਗਮੈਂਟ ਹੈ, ਜਿਹੜਾ ਕਿ ਕਲੋਰੋਪਲਾਸਟ ਵਿੱਚ ਹੁੰਦਾ ਹੈ, ਜਿਹੜਾ ਕਿ ਪੌਦਿਆਂ ਨੂੰ ਪ੍ਰਕਾਸ਼ ਸੰਸਲੇਸ਼ਨ ਕਰਨ ਵਿੱਚ ਮਦਦ ਕਰਦਾ ਹੈ। ਇਹ ਹਰਾ ਰੰਗ ਦਾ ਪਿਗਮੈਂਟ ਸੂਰਜ ਦੀ ਰੋਸ਼ਨੀ ਨੂੰ ਸੋਖ ਸਕਦਾ ਹੈ, ਜਿਸ ਨਾਲ ਪੌਦੇ ਪ੍ਰਕਾਸ਼ ਸੰਸਲੇਸ਼ਨ ਰਾਹੀਂ ਆਪਣਾ ਭੋਜਨ ਆਪ ਬਣਾਉਂਦੇ ਹੈ। ਐਨੀਮਲ ਸੈਲਸ ਵਿੱਚ ਇਹ ਪਿਗਮੈਂਟ ਨਹੀਂ ਹੁੰਦਾ, ਇਸੇ ਕਰਕੇ ਅਸੀਂ ਨਾ ਤਾਂ ਹਰੇ ਹਾਂ, ਨਾ ਹੀ ਅਸੀਂ ਫੋਟੋਸਿੰਥੇਸਿਸ ਕਰ ਸਕਦੇ ਹਾਂ। ਅਸੀਂ ਆਪਣਾ ਭੋਜਨ ਆਪ ਨਹੀਂ ਬਣਾਉਂਦੇ, ਅਸੀਂ ਕੁੱਕ ਕਰਦੇ ਹਾਂ, ਪਰ ਅਸੀਂ ਜਿਹੜਾ ਸਾਰਾ ਭੋਜਨ ਹੈ ਉਹ ਕਿੱਥੋਂ ਲੈਂਦੇ ਹਾਂ? ਪਲਾਂਟਸ ਤੋਂ। ਠੀਕ ਹੈ ਜੀ। ਤੋ ਇਹ ਮੇਨ ਸੈਕਿੰਡ ਡਿਫਰੈਂਸ ਹੈ। ਪਹਿਲਾ ਡਿਫਰੈਂਸ ਦੇਖੋ, ਪਲਾਂਟਸ ਵਿੱਚ ਸੈੱਲ ਵਾਲ ਹੁੰਦੀ ਹੈ, ਐਨੀਮਲ ਸੈਲਸ 'ਚ ਸੈੱਲ ਵਾਲ ਨਹੀਂ ਹੁੰਦੀ। ਦੂਸਰਾ ਡਿਫਰੈਂਸ ਹੈ, ਪਲਾਂਟ ਸੈੱਲ ਦੇ ਵਿੱਚ ਕਲੋਰੋਫਿਲ ਹੁੰਦਾ ਹੈ, ਪਲਾਸਟਿਡਸ ਹੁੰਦੇ ਹੈ। ਐਨੀਮਲ ਸੈੱਲ ਵਿੱਚ ਕਲੋਰੋਫਿਲ ਜਾਂ ਪਲਾਸਟਿਡਸ ਨਹੀਂ ਹੁੰਦੇ। ਠੀਕ ਹੈ। ਤੀਸਰਾ ਮੇਨ ਡਿਫਰੈਂਸ ਹੈ, ਪਲਾਂਟ ਸੈੱਲ ਦੇ ਵਿੱਚ ਇੱਕ ਵੱਡਾ ਵੈਕਿਊਲ ਹੁੰਦਾ ਹੈ, ਲਾਰਜ ਵੈਕਿਊਲ ਇਜ਼ ਪ੍ਰੈਜ਼ੈਂਟ, ਜਦ ਕਿ ਐਨੀਮਲ ਸੈੱਲ ਵਿੱਚ ਛੋਟੇ ਛੋਟੇ ਵੈਕਿਊਲਸ ਪ੍ਰੈਜ਼ੈਂਟ ਹੁੰਦੇ, ਕਈ ਹੁੰਦੇ ਆ। ਇਹਦੇ ਵਿੱਚ ਇੱਕੋ ਹੀ ਹੁੰਦਾ ਹੈ ਪਰ ਕਾਫੀ ਵੱਡਾ ਹੁੰਦਾ ਹੈ, ਇਹਦੇ ਵਿੱਚ ਕਈ ਹੁੰਦੇ, ਛੋਟੇ ਛੋਟੇ ਹੁੰਦੇ ਆ। ਹੁਣ ਵੈਕਿਊਲ ਕਿਆ ਕੰਮ ਕਰਦਾ ਹੈ? ਵੈਕਿਊਲ ਸਟੋਰੇਜ ਕਰਦਾ ਹੈ ਬੇਟਾ, ਸਟੋਰੇਜ ਆਫ ਫੂਡ, ਸਟੋਰੇਜ ਆਫ ਵਾਟਰ, ਸਟੋਰੇਜ ਆਫ ਪ੍ਰੋਟੀਨ, ਫੈਟ ਵਗੈਰਾ ਦੀ। ਠੀਕ ਹੈ। ਹੁਣ ਪਲਾਂਟਸ ਨੂੰ ਆਪਣੇ ਅੰਦਰ ਸਟੋਰ ਕਰਕੇ ਰੱਖਣਾ ਪੈਂਦਾ ਹੈ ਸਾਰੀਆਂ ਚੀਜ਼ਾਂ, ਕਿਉਂਕਿ ਹੋ ਸਕਦਾ ਹੈ ਕੱਲ੍ਹ ਨੂੰ ਸੂਰਜ ਨਾ ਨਿਕਲੇ, ਨਾ ਫੂਡ ਬਣੇ, ਨਾ ਪਾਣੀ ਮਿਲੇ, ਤੋ ਦੇ ਹੈਵ ਟੂ ਸਟੋਰ ਮਟੀਰੀਅਲਸ ਇਨ ਦੈਮ। ਤੋ ਇਸੇ ਕਰਕੇ ਪਲਾਂਟ ਸੈੱਲ ਦੇ ਵਿੱਚ ਵੱਡੀ ਰਸਧਾਨੀ ਹੁੰਦੀ ਹੈ, ਵੱਡਾ ਵੈਕਿਊਲ ਹੁੰਦਾ ਹੈ, ਜਿਹੜਾ ਕਿ ਦਰਵ ਨੂੰ ਤੇ ਹੋਰ ਪਦਾਰਥਾਂ ਨੂੰ ਆਪਣੇ ਵਿੱਚ ਸਟੋਰ ਕਰਦਾ ਹੈ। ਐਨੀਮਲ ਸੈੱਲ ਦੇ ਵਿੱਚ ਵੈਕਿਊਲਸ ਹੁੰਦੇ ਆ, ਰਸਧਾਨੀਆਂ ਹੁੰਦੀਆਂ, ਪਰ ਉਹ ਛੋਟੀਆਂ ਛੋਟੀਆਂ ਹੁੰਦੀਆਂ। ਠੀਕ ਹੈ। ਵੈਕਿਊਲ ਨੂੰ ਅਸੀਂ ਪੰਜਾਬੀ 'ਚ ਰਸਧਾਨੀ ਕਹਿੰਦੇ ਹਾਂ। ਠੀਕ ਹੈ ਜੀ। ਇੰਗਲਿਸ਼ 'ਚ ਵੈਕਿਊਲ। ਤਾਂ ਤੁਸੀਂ ਮੇਨ ਤਿੰਨ ਡਿਫਰੈਂਸ ਕੀਤੇ ਹੈ। ਪਹਿਲਾ, ਪਲਾਂਟ ਸੈੱਲ ਦੇ ਵਿੱਚ ਦੇਖੋ ਸੈੱਲ ਵਾਲ ਪ੍ਰੈਜ਼ੈਂਟ ਹੁੰਦੀ ਹੈ, ਸੈੱਲ ਕੰਧ ਪ੍ਰੈਜ਼ੈਂਟ ਹੁੰਦੀ ਹੈ। ਐਨੀਮਲ ਵਿੱਚ ਸੈੱਲ ਕੰਧ ਪ੍ਰੈਜ਼ੈਂਟ ਨਹੀਂ ਹੁੰਦੀ। ਦੂਸਰਾ ਡਿਫਰੈਂਸ, ਪੀ ਤੋਂ ਪਲਾਂਟ, ਪੀ ਤੋਂ ਪਲਾਸਟਿਡ, ਪੱਪੇ ਤੋਂ ਪੌਦਾ, ਪੱਪੇ ਤੋਂ ਪਲਾਸਟਿਡ ਪ੍ਰੈਜ਼ੈਂਟ ਹੈ, ਐਨੀਮਲ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੈ। ਤੀਸਰਾ ਡਿਫਰੈਂਸ, 1 ਲਾਰਜ ਵੈਕਿਊਲ ਪ੍ਰੈਜ਼ੈਂਟ, ਇੱਕ ਵੱਡੀ ਰਸਧਾਨੀ ਹੁੰਦੀ ਹੈ, ਇਹਦੇ ਵਿੱਚ ਮੈਨੀ small ਵੈਕਿਊਲਸ ਪ੍ਰੈਜ਼ੈਂਟ। ਰਸਧਾਨੀਆਂ ਛੋਟੀਆਂ ਹੁੰਦੀਆਂ ਹਨ ਤੇ ਕਈ ਹੁੰਦੀਆਂ। ਠੀਕ ਹੈ। ਇਹ ਤਿੰਨ ਮੇਨ ਡਿਫਰੈਂਸ ਹੈ। ਇੱਕ ਹੋਰ ਦੇਖੋ ਡਿਫਰੈਂਸ, ਤੁਸੀਂ ਦੇਖੋ ਇਹਦੇ ਵਿੱਚ ਮੈਂ ਨਿਊਕਲੀਅਸ ਕਿੱਥੇ ਬਣਾਇਆ? ਸਾਈਡ ਤੇ ਬਣਾਇਆ। ਆਹ ਨਿਊਕਲੀਅਸ ਹੈ। ਕਿਉਂ ਸਾਈਡ ਤੇ ਬਣਾਇਆ? ਕਿਉਂਕਿ ਮੋਸਟਲੀ ਸਾਰੀ ਜਗ੍ਹਾ 60 to 70% ਜਗ੍ਹਾ ਤਾਂ ਵੈਕਿਊਲ ਨੇ ਹੀ ਲੈ ਲਈ, ਨਿਊਕਲੀਅਸ ਨੂੰ ਸੈਂਟਰ 'ਚ ਜਗ੍ਹਾ ਹੀ ਨਹੀਂ ਮਿਲੀ ਤੇ ਨਿਊਕਲੀਅਸ ਸਾਈਡ ਤੇ ਹੋ ਗਿਆ। ਇਹ ਇੱਕ ਡਿਫਰੈਂਸ ਹੁੰਦਾ। ਦੇਖੋ ਐਨੀਮਲ ਸੈੱਲ ਦੇ ਵਿੱਚ ਜੋ ਨਿਊਕਲੀਅਸ ਹੈ ਉਹ ਵਿਚਕਾਰ ਹੁੰਦਾ ਹੈ, ਪਲਾਂਟ ਸੈੱਲ ਦੇ ਵਿੱਚ ਵੱਡਾ ਵੈਕਿਊਲ ਹੋਣ ਕਰਕੇ ਕੇਂਦਰਕ ਜਿਹੜਾ ਹੈ ਉਹ ਸਾਈਡ ਤੇ ਹੁੰਦਾ। ਠੀਕ ਹੈ ਜੀ। ਤੋ ਇਹ ਪਲਾਂਟ ਸੈੱਲ ਤੇ ਐਨੀਮਲ ਸੈੱਲ ਦਾ ਡਿਫਰੈਂਸ ਹੈ। ਹੁਣ ਤੁਸੀਂ ਦੇਖੋ 8th ਕਲਾਸ ਦੇ ਬੱਚੇ ਆਪਣੀ ਬੁੱਕ ਖੋਲਿਓ, ਤੁਹਾਡੀ ਬੁੱਕ ਦੇ ਲਾਸਟ ਪੇਜ ਦੇ ਉੱਤੇ, ਲੈਸਨ ਦੇ ਲਾਸਟ ਪੇਜ ਉੱਤੇ ਬਣਿਆ ਹੋਇਆ ਇਹ 8th ਲੈਸਨ ਹੈ ਤੁਹਾਡਾ। ਉਹਦੇ ਲਾਸਟ ਜਿਹੜਾ ਜਿੱਥੇ ਲੈਸਨ ਖਤਮ ਹੁੰਦਾ ਉੱਥੇ ਦੇਖੋ ਪਲਾਂਟ ਸੈੱਲ ਤੇ ਐਨੀਮਲ ਸੈੱਲ ਬਣੇ ਹੋਏ ਹੈ। ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੀ ਬੁੱਕ 'ਚੋਂ ਜ਼ਰੂਰ ਪੜ੍ਹਿਓ। ਜੇ ਬੁੱਕ ਨਹੀਂ ਹੈਗੀ ਤਾਂ ਤੁਸੀਂ ਇਸ ਵੀਡੀਓ ਨੂੰ ਹੀ 2-3 ਵਾਰ ਦੇਖ ਲਿਓ ਔਰ ਪ੍ਰੋਕੈਰੀਓਟਿਕ ਯੂਕੈਰੀਓਟਿਕ ਸੈੱਲ ਤੇ ਪਲਾਂਟ ਸੈੱਲ ਤੇ ਐਨੀਮਲ ਸੈੱਲ ਦੇ ਡਿਫਰੈਂਸ ਆਪਣੀ ਕਾਪੀ ਵਿੱਚ ਲਿਖਣ ਦੀ ਕੋਸ਼ਿਸ਼ ਜ਼ਰੂਰ ਕਰਿਓ। ਠੀਕ ਹੈ ਬੇਟਾ। ਰਿਵੀਜ਼ਨ ਇਜ਼ ਮਸਟ। ਜੇ ਰਿਵਾਈਜ਼ ਕਰੋਗੇ ਤਾਂ ਹੀ ਤੁਹਾਨੂੰ ਚੀਜ਼ਾਂ ਸਮਝ ਆਉਣਗੀਆਂ ਔਰ ਯਾਦ ਰਹਿਣਗੀਆਂ। ਠੀਕ ਹੈ। 9th ਕਲਾਸ ਵਾਲੇ ਵੀ ਇਹ ਵੀਡੀਓ ਦੇਖ ਸਕਦੇ ਆ, ਉਹਨਾਂ ਲਈ ਵੀ ਪਲਾਂਟ ਸੈੱਲ, ਐਨੀਮਲ ਸੈੱਲ ਦਾ, ਪ੍ਰੋਕੈਰੀਓਟਿਕ ਯੂਕੈਰੀਓਟਿਕ ਸੈੱਲ ਦਾ ਜੋ ਹੈ ਉਹ ਇੰਪੋਰਟੈਂਟ ਉਹਨਾਂ ਦੀ ਕਾਪੀ ਦੇ ਵਿੱਚ, ਬੁੱਕ ਦੇ ਵਿੱਚ ਦਿੱਤਾ ਹੋਇਆ, ਮੈਂਸ਼ਨ ਕੀਤਾ ਹੋਇਆ ਔਰ ਪੇਪਰ 'ਚ ਕੁਐਸਚਨ ਵੀ ਜ਼ਰੂਰ ਆਉਂਦਾ। तो मैं हुण एक नैक्सट वीडियो बनाऊँगी जिहदे विच मैं हुण ये 9th क्लास लई होएगी, जिहदे विच सैल ऑर्गेनाइज दी ही डिस्कशनस होणगियां। थैंक यू सो मच।